ਹੁਣ ਆਪਾਂ ਸਸਪੈਂਸ਼ਨ ਸਿਸਟਮ ਦਾ ਸੈਕੰਡ ਕੁਐਸਚਨ ਕਰਨ ਜਾ ਰਹੇ ਹਾਂ। ਅ ਬ੍ਰੋਕਨ ਸਪ੍ਰਿੰਗ ਲੀਫ, cracked or broken main spring leaf or more than one broken spring leaf, part of spring leaf or suspension is missing, shifted out of place or is in contact with any other vehicle component. So ਆਹ ਕੁਐਸਚਨ ਮੈਂ ਤੁਹਾਨੂੰ ਫਰੰਟ ਟਾਇਰ ਤੇ ਕਰਕੇ ਦਿਖਾ ਰਿਹਾ ਤੇ ਇਹਦੇ ਵਿੱਚ ਸਾਰਿਆਂ ਤੋਂ ਜ਼ਰੂਰੀ ਚੀਜ਼ ਆ ਕਿ ਹੁੱਡ ਓਪਨ ਕਰਨੀ ਹੈ। ਜੇ ਤੁਹਾਡੀ ਹੁੱਡ ਓਪਨ ਨਹੀਂ ਹੈ ਤਾਂ ਤੁਸੀਂ ਇਹ ਡੈਮੋਨਸਟ੍ਰੇਸ਼ਨ ਨਹੀਂ ਕਰ ਸਕਦੇ। ਹੁੱਡ ਓਪਨ ਕਰ ਲਈ। ਹੁਣ ਜਿੱਦਾਂ ਮੈਂ ਲੈਫਟ ਸਾਈਡ ਡੈਮੋਨਸਟ੍ਰੇਸ਼ਨ ਕਰਕੇ ਦਿਖਾਣਾ, ਜਿੱਦਾਂ ਮੈਂ ਸਟਿਕ ਚੱਕ ਲਈ ਆ ਤੇ ਟੱਚ ਕਰਕੇ ਮੈਂ ਦੱਸੂਗਾ। ਮੇਨ ਸਪ੍ਰਿੰਗ ਲੀਫ ਲੁੱਕ ਗੁੱਡ, ਨੋ ਕ੍ਰੈਕ ਨੋ ਡੈਮੇਜ। ਜਿਹੜਾ ਉੱਤੇ ਦਾ ਹੁੰਦਾ ਉਹ ਹਮੇਸ਼ਾ ਮੇਨ ਸਪ੍ਰਿੰਗ ਲੀਫ ਹੁੰਦਾ ਤੇ ਥੱਲੇ ਬਾਟਮ ਸਪ੍ਰਿੰਗ ਲੀਫ ਲੁੱਕ ਗੁੱਡ, ਨੋ ਕ੍ਰੈਕ ਨੋ ਡੈਮੇਜ। ਫਿਰ ਜਿੱਦਾਂ ਮੈਨੂੰ ਹੁਣ ਇੱਧਰੋਂ ਮੈਂ ਦਿਖਾ ਰਿਹਾ, ਮੇਨ ਸਪ੍ਰਿੰਗ ਲੀਫ ਲੁੱਕ ਗੁੱਡ, no crack no damage। फिर ਉਹਦੇ ਥੱਲੇ bottom spring leaf look good, no crack no damage। then next ਜਿੱਦਾਂ ਹੁਣ ਦੋ ਯੂ ਬੋਲਟਾਂ ਦੇ ਗੱਬੇ ਜਿੱਦਾਂ ਥਾਂ ਹੈ ਨਾ, ਜਿਹੜਾ ਸਪੇਸ ਆ ਉਹਦੇ ਉੱਤੇ ਜਿੱਦਾਂ ਇਹਦੇ ਪਾਰਟਸ ਲੱਗੇ ਹੁੰਦੇ ਆ ਤਾਂ ਉੱਥੇ ਮੈਂ ਰੱਖ ਕੇ ਸਟਿਕ, ਫਿਰ ਮੈਂ ਕਹੂੰਗਾ no parts of the spring leaf or suspension system is missing, shifted out of place or is in contact with any another vehicle component। फिर उसके बाद मैं पढ़ दूंगा। A broken spring leaf is a minor defect, note down in logbook, contact operator, I can drive the vehicle but end of the shift it should be fixed। Cracked or broken main spring leaf or more than one broken spring leaf, part of spring leaf or suspension is missing, shifted out of place or is in contact with any another vehicle component is a major defect, note down in the logbook, contact operator, I cannot drive the vehicle until it get fixed। My question is done। ਹੁਣ ਮੈਂ second question ਜਿਹੜਾ ਸਸਪੈਂਸ਼ਨ ਫਾਸਟਨਰ ਮਤਲਬ ਥਰਡ ਕੁਐਸਚਨ ਹੈ, ਬਟ ਆਹੀ ਮੈਂ ਬ੍ਰੋਕਨ ਸਪ੍ਰਿੰਗ ਲੀਫ ਦਾ ਇੱਕ ਤੁਹਾਨੂੰ ਹੋਰ ਇੱਕ ਚੀਜ਼ ਦੱਸਣਾ ਚਾਹੁੰਦਾ। ਇਹੀ ਸਵਾਲ ਤੁਹਾਨੂੰ ਪਿੱਛੇ ਆ ਜਾਂਦਾ, ਧਿਆਨ ਰੱਖਿਓ। ਜਿੱਦਾਂ ਪਿੱਛੇ ਥੋੜਾ ਟ੍ਰਿਕੀ ਆ, ਜਿੱਦਾਂ ਇੱਥੇ ਆਪਾਂ ਜੇ ਥਰਡ ਐਕਸਲ ਤੇ ਕਰ ਰਹੇ ਹਾਂ, ਜਿੱਦਾਂ ਮੇਨ ਸਪ੍ਰਿੰਗ ਲੀਫ ਲੁੱਕ ਗੁੱਡ, ਨੋ ਕ੍ਰੈਕ ਨੋ ਡੈਮੇਜ। ਫਿਰ ਆ ਬੋਟਮ ਸਪ੍ਰਿੰਗ ਲੀਫ ਆ, ਬੋਟਮ ਸਪ੍ਰਿੰਗ ਲੀਫ ਲੁੱਕ ਗੁੱਡ, ਨੋ ਕ੍ਰੈਕ ਨੋ ਡੈਮੇਜ। ਦੈਨ ਹੁਣ ਜੇ ਤੁਸੀਂ ਪਿੱਛੇ ਆਉਂਗੇ ਨਾ ਤਾਂ ਪਿੱਛੇ ਇਕੱਲਾ ਮੇਨ ਸਪ੍ਰਿੰਗ ਲੀਫ ਆ, ਜਿਹੜਾ ਬੋਟਮ ਸਪ੍ਰਿੰਗ ਲੀਫ ਆ ਉਹ ਇਨ ਬਿਟਵੀਨ ਹੀ ਰਹਿ ਜਾਂਦਾ। ਤਾਂ ਜਦ ਤੁਸੀਂ ਇੱਥੇ ਜਦੋਂ ਦੇਖੋਗੇ ਆ ਮੇਨ ਸਪ੍ਰਿੰਗ ਲੀਫ ਤਾਂ ਕਹਿਣਾ ਮੇਨ ਸਪ੍ਰਿੰਗ ਲੀਫ ਲੁੱਕ ਗੁੱਡ, ਨੋ ਕ੍ਰੈਕ ਨੋ ਡੈਮੇਜ। ਫਿਰ ਉਹਦੇ ਬਾਅਦ ਇੱਥੇ ਆ ਬੋਥ ਯੂ ਬੋਲਟਸ ਦੇ ਵਿੱਚ ਤਾਂ ਤੁਸੀਂ ਇੱਥੇ ਨਿਗਾਹ ਮਾਰੋਗੇ, ਆ ਖਾਲੀ ਸਪੇਸ ਨਹੀਂ ਹੁੰਦਾ, ਥੱਲੇ ਇਹਦੇ ਬਲੌਕ ਟਾਈਪ ਹੁੰਦਾ ਤੇ ਕਹਿਣਾ no parts of the spring leaf or suspension is missing, shifted out of place or is in contact with any another vehicle component। ਇੰਨੀ ਗੱਲ ਕਹਿੰਦੇ ਤੇ ਬਸ ਇਹ ਪਿੱਛੇ ਇੱਕ ਧਿਆਨ ਰੱਖਿਓ ਕਰਕੇ ਜਦ ਤੁਸੀਂ ਬੈਕ ਸਾਈਡ ਤੋਂ ਦੱਸੋਗੇ ਤਾਂ ਇਕੱਲਾ ਮੇਨ ਸਪ੍ਰਿੰਗ ਲੀਫ ਹੁੰਦਾ ਕਿਉਂਕਿ ਉੱਥੇ ਇੱਕੋ ਹੀ ਹੁੰਦਾ। ਤੇ ਹੁਣ ਨੈਕਸਟ ਸਵਾਲ ਆਪਾਂ ਕਰਨ ਲੱਗੇ ਹਾਂ, ਸਸਪੈਂਸ਼ਨ ਫਾਸਟਨਰ ਇਜ਼ ਲੂਜ਼, ਮਿਸਿੰਗ ਔਰ ਬ੍ਰੋਕਨ ਤੇ ਲੂਜ਼ ਯੂ ਬੋਲਟ। ਇਹਦੇ ਵਿੱਚ ਆ ਧਿਆਨ ਦਿਓ, ਜਿੱਦਾਂ ਮੈਂ ਫਰੰਟ ਤੇ ਬੈਕ ਦੋਵੇਂ ਦੱਸ ਰਿਹਾ। ਜਿੱਦਾਂ ਆਲ ਫਾਸਟਨਰਸ ਲੁੱਕ ਗੁੱਡ, ਨੋ ਕ੍ਰੈਕ ਨੋ ਡੈਮੇਜ, ਨੋ ਮਿਸਿੰਗ ਨੋ ਲੂਜ਼। ਜਿੱਦਾਂ ਆਪਾਂ ਚੈੱਕ ਵੀ ਕਰ ਲੈਂਦੇ ਹੁੰਦੇ ਤੇ ਸੇਮ ਚੀਜ਼ ਆਪਾਂ ਇੱਥੋਂ ਦੇਖ ਕੇ ਜਿਹੜਾ ਇਹਦਾ ਬੈਕ ਸਾਈਡ ਪੋਰਸ਼ਨ ਹੈ, ਆਲ ਫਾਸਟਨਰਸ ਲੁੱਕ ਗੁੱਡ, no crack no damage, no missing no loose। फिर both U bolt ध्यान दियो, आ एक U bolt है ਤੇ ਆ second U bolt आ रहा है। both U bolt look good, no loose and secure with ਆ ਥੱਲੇ ਜਦ ਤੁਸੀਂ ਆਉਂਗੇ ਆ secure with bottom fastener।
ਉਹਦੇ ਬਾਅਦ ਜੇ ਇਹੀ ਕੁਐਸਚਨ ਆਪਾਂ ਬੈਕ ਸਾਈਡ ਤੇ ਕਰਦੇ ਹਾਂ ਤੇ ਦੂਸਰੇ ਟਰੱਕ ਤੇ ਮੈਂ ਸ਼ੋਅ ਕਰ ਦਿੰਦਾ ਤਾਂ ਕਿ ਕਲੀਅਰ ਰਹੇ। ਇੱਥੇ ਮੈਂ ਤਾਂ ਦਿਖਾ ਰਿਹਾ ਕਿ ਤੁਹਾਡਾ ਕਲੀਅਰ ਹੋ ਜਾਵੇ, ਇਧਰੋਂ ਵਿਊ ਕਲੀਅਰ ਆਊਗਾ। ਆ ਜਿਹੜੇ ਫਾਸਟਨਰਸ ਹੈ ਤੇ ਬੈਕ ਸਾਈਡ ਜੇ ਸਵਾਲ ਪੁੱਛ ਰਹੇ, ਆਲ ਫਾਸਟਨਰਸ ਲੁੱਕ ਗੁੱਡ, ਨੋ ਕ੍ਰੈਕ, ਨੋ ਡੈਮੇਜ, ਨੋ ਮਿਸਿੰਗ, ਨੋ ਲੂਜ਼। ਤੇ ਇੱਥੇ ਤੁਸੀਂ ਆਹ ਫਾਸਟਨਰ ਦੀ ਜ਼ਿਕਰ ਕਰਨਾ, ਇਹਦੇ ਜਿਹੜਾ ਥੱਲੇ ਹੋ ਤੁਸੀਂ ਉੱਤੋਂ ਬਣਾ ਸਕਦੇ ਹੋ, ਬਟ ਆਹ ਚੀਜ਼ ਇਹ ਇਹਦਾ ਫਾਸਟਨਰ ਲੁੱਕ ਗੁੱਡ, ਨੋ ਕ੍ਰੈਕ, ਨੋ ਡੈਮੇਜ, no missing, no loose. Fair. Both U-bolt look good, no loose and properly secure with. इधर जा तुझे देखोगे bottom fastener. फिर उसके बाद आपका जितना पढ़ देने हैं suspension fastener is loose, missing or broken is minor defect. Is a minor defect. Note down in logbook, contact operator. I can drive the vehicle, but end of the shift it should be fixed. Loose U-bolt is a major defect. Note down in the logbook, contact operator. I cannot drive the vehicle until it gets fixed. My question is. ਹੁਣ next question ਆਪਾਂ ਕਰਨ ਜਾ ਰਹੇ ਹਾਂ ਟਾਇਰਸ ਦਾ। ਤੇ first question ਆਪਾਂ ਜਿਹੜਾ ਕਰਨ ਲੱਗੇ ਆ ਉਹ ਹੈਗਾ ਆ damage thread or side wall of tire। ਤੇ ਉਹਦੇ ਨਾਲ ਮੇਜਰ ਚ ਪਾਰਟ ਹੈਗਾ ਆ ਟਾਇਰ ਥ੍ਰੈਡ ਡੈਪਥ ਇਜ਼ ਲੈਸ ਦੈਨ ਵੀਅਰ ਲਿਮਿਟ, ਟਾਇਰ ਇਜ਼ ਕੰਟੈਕਟ ਵਿਦ ਅਨਦਰ ਟਾਇਰ ਔਰ ਐਨੀ vehicle component other than mud flap, tire is marked not for highway use, tire has exposed cords in the thread or outer side wall area। ਇਹਦੇ ਵਿੱਚ ਹੁਣ ਤੁਹਾਨੂੰ ਮੈਂ ਡੈਮੋਨਸਟ੍ਰੇਸ਼ਨ ਕਰਕੇ ਦਿਖਾ ਰਿਹਾ। ਫਰਸਟ side wall of the tire look good, no cut, no damage। top of the tire look good, no cut, no damage। ਅੱਜ ਦਾ ਆ ਸਾਈਡ ਵਾਲ ਆਫ ਦਾ ਟਾਇਰ, ਇਹ ਟੌਪ ਆਫ ਦਾ ਟਾਇਰ ਤੇ ਇਹ ਇਨਸਾਈਡ ਵਾਲ ਆਫ ਦਾ ਟਾਇਰ ਲੁੱਕ ਗੁੱਡ, ਨੋ ਕੱਟ, ਨੋ ਡੈਮੇਜ। ਦੈਨ ਸੈਕੰਡ ਚੀਜ਼ ਆਪਾਂ ਜਿੱਦਾਂ ਡੈਪਥ ਨਾਪਾਂਗੇ ਤੇ ਡੈਪਥ ਵਾਸਤੇ ਵੀ ਗਲੇ ਤੇ ਫੋਰ ਐਗਜ਼ਾਮਪਲ ਜਦ ਤੱਕ ਤੁਹਾਨੂੰ ਮੈਂ ਦੱਸ ਦਿੰਦਾ, ਬਾਕੀ ਜਿਹੜਾ ਸੈਕੰਡ ਚੀਜ਼ ਮੈਂ ਦੱਸ ਦਿੰਦਾ। ਜਿੱਦਾਂ ਮੇਜਰ ਦਾ ਹੁਣ ਮੈਂ ਸੀ ਕਰ ਰਿਹਾ, ਬੀ ਜਦ ਉਹ ਮੀਟਰ ਲੈ ਕੇ ਆਊਗਾ ਫਿਰ ਮੈਂ ਦੱਸ ਦਾਂਗਾ। ਤੇ ਸੀ ਚ ਟਾਇਰ ਇਜ਼ ਨਾਟ ਕੰਟੈਕਟ ਵਿਦ ਅਨਦਰ ਟਾਇਰ ਐਂਡ ਟਾਇਰ ਇਜ਼ ਨਾਟ ਕੰਟੈਕਟ ਵਿਦ ਐਨੀ ਅਨਦਰ ਵਹੀਕਲ ਕੰਪੋਨੈਂਟ, ਨਾਟ ਇਵਨ ਵਿਦ ਮਡ ਫਲੈਪ। ਫਿਰ ਇਹਦੇ ਵਿੱਚ ਇੱਕ ਹੋਰ ਚੀਜ਼ ਡੀ ਵੀ ਮੈਂ ਹੁਣੇ ਦੱਸਣਾ, ਜਿੱਦਾਂ ਹੁਣ ਟਾਇਰ ਮਾਰਕਡ ਨਹੀਂ ਹੈ ਕਿਤੇ ਵੀ, ਸੋ ਮੈਂ ਕੀ ਕਹੂੰਗਾ ਟਾਇਰ ਇਜ਼ ਨਾਟ ਮਾਰਕਡ not for highway use। ਕਿਤੇ ਵੀ ਇੱਥੇ ਲਿਖਿਆ ਨਹੀਂ ਹੈ not for highway, so that's why ਕੀ ਕਹਿਣਾ ਟਾਇਰ is not marked not for highway use। ਤੇ ਹੁਣ ਜਿੱਦਾਂ ਟਾਇਰ ਥ੍ਰੈਡ ਡੈਪਥ ਜਿਹੜਾ 20 ਸੀਗਾ ਮੇਜਰ ਦਾ, ਉਹ ਮੈਂ ਤੁਹਾਨੂੰ ਦੱਸਣਾ ਚਾਹਨਾ ਜੋ ਕਿ ਇਹਦਾ ਹੀ ਪਾਰਟ ਹੈ। ਇਹਦੇ ਵਿੱਚ ਜਿੱਦਾਂ ਜਿਹੜਾ ਯੈਲੋ ਦੇ ਵਿੱਚ ਆਉਂਦਾ ਹੈ, ਜਿੱਦਾਂ ਹੁਣ ਇਹਦਾ ਇਸ ਵੇਲੇ 20 ਪ੍ਰੋਪਰ ਆ ਤੇ ਟਾਇਰ ਥ੍ਰੈਡ ਡੈਪਥ is 20 mm which is good। if it is less than 1.5 mm it's a major defect। ਤੇ ਸੇਮ ਇਹ ਜੇ ਤੁਹਾਨੂੰ ਵਿੱਚੇ ਪੁੱਛ ਲੈਂਦਾ ਕਿ what about the front tire, ਤਦ ਆਪਾਂ ਕਹਿੰਦੇ if the tire thread depth is less than 3 mm it's a major defect। ਜੇ 3 ਹੈ ਤਾਂ ਠੀਕ ਹੈ, 3 ਕਦੀ ਨਹੀਂ ਕਹਿਣਾ, ਕੀ ਕਹਿਣਾ ਹਮੇਸ਼ਾ if it is less than 3 mm it's a major defect। ਠੀਕ ਹੈ, 3 or greater than 3 is good। ਠੀਕ ਹੈ, ਫਿਰ ਇਹਦਾ ਲਾਸਟ ਚੀਜ਼ ਹੈ ਐਕਸਪੋਜ਼ ਕੋਰਡ। ਆ ਸਵਾਲ ਦਾ ਤਾਂ no exposed cord side wall of the tire, no exposed cord top of the tire, no exposed cord inside wall of the tire। after that ਫਿਰ ਬਾਅਦ ਚ ਮੈਂ ਇਹਦਾ ਮਾਈਨਰ ਮੇਜਰ ਪੜ੍ਹਨਾ ਤੇ ਜਿਹਦਾ ਮਾਈਨਰ ਚ ਆਪਾਂ ਪੜ੍ਹਦੇ ਹਾਂ ਡੈਮੇਜ ਥ੍ਰੈਡ ਔਰ ਸਾਈਡ ਵਾਲ ਆਫ ਟਾਇਰ is a minor defect। note down in the logbook, contact operator। I can drive the vehicle but end of the shift it should be fixed। फिर मेजर च टायर थ्रेड डेप्थ is less than wear limit, tire is in contact with another tire or
any vehicle component other than mud flap. Tire is marked not for highway use. Tire has exposed cords in the thread or outer side wall area. Is a major defect. Note down in logbook. Contact operator. I cannot drive the vehicle until it gets fixed. My question is done. ਤੇ ਹੁਣ ਇਹਦਾ second question. Tire leaking if leak cannot be heard. ਤੇ ਮੇਜਰ ਚ flat tire leaking if leak can be felt or heard. ਤੇ ਮੈਂ ਇਹਦੇ ਵਿੱਚ ਡੈਮੋਨਸਟ੍ਰੇਸ਼ਨ ਦਿਖਾ ਰਿਹਾ ਹਾਂ। ਤੇ ਇਹਦੇ ਵਿੱਚ ਸਿੰਪਲ ਪਹਿਲਾਂ ਜਦੋਂ ਨੂਜ਼ਲ ਦੇ ਉੱਤੇ ਆਪਾਂ ਹੱਥ ਰੱਖਦੇ ਹਾਂ ਤੇ ਪਲੱਸ ਆਪਾਂ ਇਹਨੂੰ ਐਨ ਲਾਗੇ ਤੋਂ ਸੁਣਦੇ ਹਾਂ ਕਿਤੇ ਕੋਈ 에ਅਰ ਲੀਕ ਤਾਂ ਨਹੀਂ ਹੋ ਰਹੀ। ਫਿਰ ਆਪਾਂ ਕੀ ਕਹਿੰਦੇ ਨੋ 에ਅਰ ਲੀਕ ਫਰੋਮ ਦ ਨੂਜ਼ਲ, ਫਿਰ no air leak between tire and the rim, no air leak side wall of the tire, no air leak top of the tire, no air leak inside wall of the tire, then no air leak between tire and the rim। ਤੇ ਲਾਸਟ ਜਿੱਦਾਂ ਹੈਮਰ ਹੋਊਗਾ ਤਾਂ ਦੋ ਵਾਰ ਹੈਮਰ ਇਹਨੂੰ ਆਪਾਂ ਹਿੱਟ ਕਰਦੇ, ਨਹੀਂ ਤਾਂ no flat tire, ਦੋ ਵਾਰ ਪੈਰ ਮਾਰੇ ਤੇ ਕਹਤਾ no flat tire ਜਾਂ टायर इज फुली इन्फ्लेटेड। फिर ਉਹਦੇ ਬਾਅਦ ਆਪਣਾ ਕੁਐਸਚਨ ਡਨ ਹੋ ਜਾਂਦਾ ਤੇ ਆਪਾਂ ਪੜ੍ਹ ਦਿੰਨੇ ਆ ਮਾਈਨਰ ਟਾਇਰ ਲੀਕਿੰਗ ਇਫ ਲੀਕ ਕੈਨੋਟ ਬੀ ਹਰਡ ਇਜ਼ ਅ ਮਾਈਨਰ ਡਿਫੈਕਟ। ਨੋਟ ਡਾਊਨ ਇਨ ਦ ਲੌਗ ਬੁੱਕ ਕੰਟੈਕਟ ਆਪਰੇਟਰ I can drive the vehicle but end of the shift it should be fixed। flat tire leaking if leak can be felt or heard is a major defect। note down in the log book contact operator I cannot drive the vehicle until it gets fixed। My question is done। ਹੁਣ ਲਾਸਟ 3 ਕੁਐਸਚਨਸ ਆਪਾਂ ਕਰ ਰਹੇ ਹਾਂ। ਫਰਸਟ ਕੁਐਸਚਨ ਮੈਂ ਕਰਨ ਜਾ ਰਿਹਾ ਹਬ ਆਇਲ ਬਿਲੋ ਮਿਨੀਮਮ ਲੈਵਲ ਵੈਨ ਫਿਟਡ ਵਿਦ ਸਾਈਡ ਗਲਾਸ, ਲੀਕਿੰਗ ਵੀਲ ਸੀਲ, ਐਵੀਡੈਂਸ ਆਫ ਇਮੀਨੈਂਟ ਵੀਲ ਹਬ ਔਰ ਬੈਰਿੰਗ ਫੇਲੀਅਰ। ਇਹਦੇ ਵਿੱਚ ਜਿੱਦਾਂ ਫੋਰ ਐਗਜ਼ਾਮਪਲ ਜੇ ਤਾਂ ਹੁਣ ਮੈਂ ਬੈਕ ਸਾਈਡ ਤੇ ਕਰਕੇ ਦਿਖਾ ਰਿਹਾ ਤਾਂ ਤੁਹਾਨੂੰ ਮੈਂ ਦੋਨਾਂ ਦਾ ਡਿਫਰੈਂਸ ਦੱਸਾਂਗਾ। ਫਸਟ ਤਾਂ ਮੈਂ ਤੁਹਾਨੂੰ ਹਬ ਆਇਲ ਦਾ ਦੱਸ ਦਿੰਦਾ ਕਿ ਕਹਿੰਦੇ ਕਿਹਨੂੰ ਆ। ਜਿੱਦਾਂ ਕਿ ਹੁਣ ਮੈਂ ਇਹਦੀ ਹੁੱਡ ਓਪਨ ਕਰ ਦਿੰਦਾ ਕਿਉਂਕਿ ਜਦ ਵੀ ਆ ਪਰਫਾਰਮ ਮੈਂ ਕਿਤੇ ਫਰੰਟ ਟਾਇਰ ਤੇ ਕਰਾਂਗਾ ਤਾਂ ਹੁੱਡ ਮਸਟ ਓਪਨ ਹੋਣੀ ਚਾਹੀਦੀ ਹੈ। ਇਹਦੇ ਵਿੱਚ ਫਰਸਟ ਚੀਜ਼ ਜੇ ਆ ਕੁਐਸਚਨ ਆਉਂਦਾ ਤਾਂ ਉਹਨੂੰ ਪੁੱਛਣਾ ਵਿਚ ਸਾਈਡ। ਜਿੱਦਾਂ ਹੁਣ ਮੈਂ ਲੈਫਟ ਸਾਈਡ ਫਰੰਟ ਟਾਇਰ ਕਰ ਰਿਹਾ ਤੇ ਹੁਣ ਤੁਸੀਂ ਧਿਆਨ ਦਿਓਗੇ ਆ ਜਦ ਇੱਥੇ ਕਲੋਜ਼ ਤੁਸੀਂ ਕਰੋਗੇ ਤਾਂ ਇੱਥੇ ਲੈਵਲ ਤੁਹਾਨੂੰ ਦਿਸੂਗਾ। ਆ ਇੱਥੇ ਦਿਸ ਰਿਹਾ ਆਇਲ ਦਾ ਲੈਵਲ ਦਿਸ ਰਿਹਾ ਇੱਥੇ ਆ ਜਗ੍ਹਾ ਤੇ ਆ ਉੱਤੇ ਦਾ ਦੇਖੋ ਲਾਈਟ ਆ, ਇਹ ਗਲਾਸ ਹੈ, ਇਹਦੇ ਵਿੱਚ ਆਇਲ ਦਿਸ ਰਿਹਾ, ਇੱਥੇ ਤੱਕ ਆਇਲ ਹੈਗਾ। ਤੇ ਆਪਾਂ ਇਹਨੂੰ ਕਹਿ ਦਿੰਦੇ ਆ ਹਬ ਆਇਲ ਇਜ਼ ਅਬਵ ਮਿਨੀਮਮ ਲੈਵਲ। ਫਿਰ ਨੋ ਲੀਕਿੰਗ ਵੀਲ ਸੀਲ ਇੱਥੇ, ਫਿਰ ਸੇਮ ਅੰਦਰ ਵੀ ਦੇਖਣਾ ਹੁੰਦਾ no leaking wheel seal inside, फिर no evidence of imminent wheel hub और bearing failure। सेम जे चीज़ मैं पिछे करदा ते ਹੁਣ ਜਿੱਦਾਂ ਇੱਥੇ ਹੁਣ ਆਪਾਂ ਜਿਹੜਾ ਸਾਈਡ ਗਲਾਸ ਹੈ ਉਹ ਦਿਸ ਨਹੀਂ ਰਿਹਾ ਤਾਂ ਇਹਦੇ ਵਿੱਚ ਆਪਾਂ ਕੀ ਕਹਿੰਦੇ ਆ ਸਾਈਡ ਗਲਾਸ ਇਜ਼ ਕਵਰ ਵਿਦ ਕੈਪ, no leaking wheel seal। then अंदर देख के no leaking wheel seal from inside, फिर no evidence of imminent wheel hub और bearing failure। ਦੋ ਟਾਇਰਾਂ ਨੂੰ ਪੁਸ਼ ਕਰਨਾ ਤੇ ਉਹਦੇ ਬਾਅਦ ਆਪਾਂ ਪੜ੍ਹ ਦਿੰਨੇ ਆ hub oil below minimum level when fitted with side glass, leaking wheel seal is a minor defect, note on in the logbook contact operator I can drive the vehicle but end of the shift it should be fixed। फिर major च ਆਪਾਂ पढ़ते हैं evidence of imminent wheel hub or bearing failure is a major defect, note down in the logbook contact operator I cannot drive the vehicle until it gets fixed। My question is done। so second ਹੁਣ ਮੈਂ ਤੁਹਾਨੂੰ ਇਹਦੇ ਵਿੱਚ ਦੱਸਣ ਜਾ ਰਿਹਾ ਹਾਂ ਫਾਸਟਨਰਸ ਬਾਰੇ ਤੇ ਕੁਐਸਚਨ ਤੁਹਾਨੂੰ ਉਹ ਪੁੱਛੂਗੇ wheel has loose, missing or infective fasteners, evidence of imminent wheel hub or bearing failure। ਆ ਸਵਾਲ ਹੋਊਗਾ ਤੇ ਡੈਮੋਨਸਟ੍ਰੇਸ਼ਨ ਮੈਂ ਕਰਕੇ ਦਿਖਾ ਰਿਹਾ। ਇਹਦੇ ਵਿੱਚ ਸਾਰੇ ਫਾਸਟਨਰਸ ਆਪਾਂ ਚੈੱਕ ਕਰਨੇ ਆ ਪ੍ਰੋਪਰਲੀ ਕਿ ਆਪਾਂ ਕਹਿੰਦੇ all fasteners look good, no crack, no damage, no missing, no loose। then
no gap between fastener and the rim. फिर इधर जब आप आएंगे, no gap between both the rims. फिर इधर जब देखेंगे, all bolts look good, no crack, no damage, no missing, no loose. Then at last, no evidence of imminent wheel, hub or bearing failure. ਤੇ ਫਰੰਟ ਟਾਇਰ ਤੇ ਬੈਕ ਟਾਇਰ ਦਾ ਇਹ ਡਿਫਰੈਂਸ ਆ ਕਿ ਸਿਰਫ ਜਿੱਦਾਂ ਇਹਦੇ ਵਿੱਚ ਆਪਾਂ ਇਦਾਂ ਗੈਪ ਦੱਸਿਆ ਕਿ देयर इज नो ਗੈਪ ਬਿਟਵੀਨ ਬੋਥ ਦ ਰਿਮਸ, ਤੇ ਫਰੰਟ 'ਚੋਂ ਕਹਿਣ ਦੀ ਲੋੜ ਹੀ ਨਹੀਂ ਹੁੰਦੀ ਕਿਉਂਕਿ ਉੱਥੇ ਇੱਕੋ ਟਾਇਰ ਹੁੰਦਾ ਤੇ ਬਾਕੀ ਚੀਜ਼ ਸਾਰੀ ਸੇਮ ਹੁੰਦੀ ਹੈ। ਤੇ ਉਹਦੇ ਬਾਅਦ ਆਪਾਂ ਜਿੱਦਾਂ ਪੜ੍ਹ ਦਿੰਦੇ ਆ, wheel has loose, missing or infective fastener. Evidence of imminent wheel, hub or bearing failure is a major defect. Note down in the logbook, contact operator. I cannot drive the vehicle until it gets fixed. My question is done. And last question ਜਿਹੜਾ ਆਪਾਂ ਕਹਿਣ ਲੱਗੇ ਆ ਹੈਗਾ wheel ਦਾ, ਤੇ ਸਵਾਲ ਉਹ ਇਦਾਂ ਹੈ ਕਿ damaged, cracked or broken wheel, rim or attaching part. Evidence of imminent wheel, hub or bearing failure. ਇਹਦੇ ਵਿੱਚ ਆਫ ਕੋਰਸ ਪਹਿਲਾਂ ਆਪਾਂ ਇਹੀ ਪੁੱਛਣਾ ਕਰਕੇ ਵਿਦ ਸਾਈਡ ਜੇ ਫਰੰਟ ਤੇ ਕਰਦੇ ਹਾਂ ਹਮੇਸ਼ਾ ਹੁੱਡ ਓਪਨ ਚਾਹੀਦੀ ਹੈ। ਤੇ ਹੁਣ ਜਿੱਦਾਂ ਮੈਂ ਇੱਥੇ ਪਰਫਾਰਮ ਕਰ ਰਿਹਾ ਤਾਂ ਕਿ ਕਿਉਂਕਿ ਇਹ ਡਬਲ ਟਾਇਰ ਹੈ ਤਾਂ ਕਿ ਤੁਹਾਨੂੰ ਮੈਂ ਦੋ ਚੀਜ਼ਾਂ ਦੱਸ ਸਕਾਂ ਇਸ ਕਰਕੇ। ਤਾਂ ਜਿੱਦਾਂ ਵੀਲ ਲੁੱਕ ਗੁੱਡ, ਨੋ ਕ੍ਰੈਕ, ਨੋ ਡੈਮੇਜ। ਫਿਰ ਇੱਥੇ ਹੀ ਅਟੈਚਿੰਗ ਪਾਰਟਸ ਆ ਜਿਹੜੇ ਬਾਕੀ ਦੇ ਜਿੰਨੇ ਵੀ ਪਾਰਟਸ ਆ ਉਹਨੂੰ ਅਟੈਚਿੰਗ ਪਾਰਟਸ ਕਹਿੰਦੇ। ਤਾਂ ਆਪਾਂ ਕਹਿੰਦੇ ਨਾ ਆਲ ਅਟੈਚਿੰਗ ਪਾਰਟਸ ਲੁੱਕ ਗੁੱਡ, ਨੋ ਕ੍ਰੈਕ, ਨੋ ਡੈਮੇਜ। फिर ज़्यादा इतने आऊँगे, both wheel look good, no crack, no damage. फिर ऐसे देख के inside wheel look good, no crack, no damage. All attaching parts are good, no crack, no damage. No evidence of imminent wheel, hub or bearing failure. ਇਹਦੇ ਵਿੱਚ ਆਪਾਂ ਸਿਰਫ ਇੰਨਾ ਹੀ ਕਰਦੇ ਹਾਂ। ਜੇ ਫਰੰਟ ਤੇ ਜੇ ਇਹੀ ਸਵਾਲ ਆਉਂਦਾ ਹੈ ਤਾਂ ਸੇਮ ਚੀਜ਼ ਆਪਾਂ ਇੱਥੇ ਜਿਹੜਾ ਸੈਂਟਰ ਤੇ ਜਿਹੜਾ ਵੀਲ ਨੂੰ ਬੋਥ ਵੀਲ ਲੁਕਸ ਗੁੱਡ, ਨੋ ਕ੍ਰੈਕ, ਨੋ ਡੈਮੇਜ ਹੈ ਉਹੀ ਚੀਜ਼ ਉਹਦੇ ਵਿੱਚ ਐਡ ਨਹੀਂ ਹੁੰਦਾ, ਬਾਕੀ ਸਾਰਾ ਸੇਮ ਹੁੰਦਾ। ਤੇ ਉਹਦੇ ਬਾਅਦ ਆਪਾਂ ਪੜ੍ਹਦੇ ਹਾਂ ਡੈਮੇਜ, ਕ੍ਰੈਕਡ ਔਰ ਬ੍ਰੋਕਨ ਵੀਲ, ਰਿਮ ਔਰ ਅਟੈਚਿੰਗ ਪਾਰਟ। ਐਵੀਡੈਂਸ ਆਫ ਇਮੀਨੈਂਟ ਵੀਲ, ਹਬ ਔਰ ਬੈਰਿੰਗ ਫੇਲਿयर is a major defect. Note down in the logbook, contact operator. I cannot drive the vehicle until it gets fixed. My question is done. Thank you.